देखो दुख की गल भी है तो खुशी की गल भी है। दुख की गल इस तरह भी एडा विद्वान कौम तो अज चले गया, घाटा बड़ा औखा पूरा होंदा है। खुशी की गल ये आ भी अपनी जिंदगी जिहड़े स्वास है उन्होंने लेखे ला के गया। किते न किते गलती सातों नहीं हुई जी भी असीं एड्डा वड्डे विद्वान सीगे भी बहुत सारिया संगतां जाणदे सी, पर होर ਵਧੀਆ ਢੰਗ ਦੇ ਨਾਲ ਮੀਡੀਆ ਵੀ ਅੱਗੇ ਲਿਆ ਸਕਦਾ ਸੀ ਜਾਂ ਉਹ ਆਪਣੇ ਆਪ ਵੀ ਇੱਕ ਤਰ੍ਹਾਂ ਨਾਲ ਗੁਪਤ ਰਹਿੰਦੇ ਸੀਗੇ ਜੀ। एक बार संत दसिम बस्तू वालिਆਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਖਾਲਸਾ ਰਾਜ ਕਦੋਂ ਆਊਗਾ। ਉਹ ਕਹਿੰਦੇ ਜਿਸ ਦਿਨ ਸਾਰੀ ਕੌਮ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਸ਼ੁਰੂ ਕਰ ਦੂੰਗੇ ਉਸ ਦਿਨ ਖਾਲਸਾ ਰਾਜ ਆ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਸ੍ਰੀ ਕੇਸਗੜ੍ਹ ਸਾਹਿਬ ਤੋਂ ਤੁਹਾਡੇ ਨਾਲ ਜੁੜੇ ਹੋਏ ਆ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜਿਹੜੇ ਸਾਨੂੰ ਸਰੀਰਕ ਤੌਰ ਤੇ ਵਿਛੋੜਾ ਦੇ ਗਏ, ਸਾਡੇ ਤੋਂ ਵਿਛੜ ਗਏ। ਸੋ ਅੱਜ ਉਹਨਾਂ ਦੀ ਅਰਦਾਸ ਸਮਾਗਮ ਦੇ ਵਿੱਚ ਪਹੁੰਚੇ ਹੋਈਆਂ ਸ਼ਖਸੀਅਤਾਂ ਦੇ ਨਾਲ ਜਿੱਥੇ ਤੁਹਾਨੂੰ ਮਿਲਾ ਰਹੇ ਹਾਂ, ਉੱਥੇ ਨਾਲ ਹੀ ਭਾਈ ਸਾਹਿਬ ਦੀ ਜੀਵਨੀ ਬਾਰੇ ਵੀ ਆਪਾਂ ਚਾਨਣਾ ਪਾ ਰਹੇ ਹਾਂ। ਸੋ ਬਾਬਾ ਅਵਤਾਰ ਸਿੰਘ ਜੀ ਜਿਹੜੇ ਅਕਸਰ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਰੂਪਨਗਰ ਦੇ ਵਿੱਚ ਤੇ ਹੋਰ ਵੀ ਜਿਹੜੇ ਭਲਾਈ ਦੇ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਹਮੇਸ਼ਾ ਅੱਗੇ ਰਹਿੰਦੇ ਨੇ। ਸੋ ਅੱਜ ਭਾਈ ਸਾਹਿਬ ਦੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਸ਼ਖਸੀਅਤ, ਉਹ ਰੂਹ ਬਾਰੇ ਜਿਹੜੇ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ? ਦੇਖੋ ਦੁੱਖ ਦੀ ਗੱਲ ਵੀ ਹੈ ਜੀ ਤੇ ਖੁਸ਼ੀ ਦੀ ਗੱਲ ਵੀ ਆ। ਜੀ ਦੁੱਖ ਦੀ ਗੱਲ ਇਸ ਤਰ੍ਹਾਂ ਵੀ ਐਡਾ ਵਿਦਵਾਨ ਕੌਮ ਤੋਂ ਅੱਜ ਚਲੇ ਗਿਆ, ਜੀ ਘਾਟਾ ਬੜਾ ਔਖਾ ਪੂਰਾ ਹੁੰਦਾ। ਜੀ ਖੁਸ਼ੀ ਦੀ ਗੱਲ ਇਹ ਆ ਵੀ ਆਪਣੀ ਜ਼ਿੰਦਗੀ ਜਿਹੜੇ ਸਵਾਸ ਹੈ ਉਹਨਾਂ ਨੂੰ ਲੇਖੇ ਲਾ ਕੇ ਗਿਆ, ਤੇ ਇਸ ਕਰਕੇ ਵਿਰਲਾ ਹੁੰਦਾ ਜਿਹੜੇ ਜ਼ਿੰਦਗੀ ਦੇ ਸਾਰੇ ਸਵਾਸਾਂ ਨੂੰ ਲੇਖੇ ਲਾ ਕੇ ਜਾਂਦਾ। ਜੀ ਸ਼ੁਰੂ ਤੋਂ ਉਹਨਾਂ ਦੇ ਮਨ ਵਿੱਚ ਇੱਕ ਤਮੰਨਾ ਸੀ, ਜੀ ਕਿਉਂਕਿ ਜਦੋਂ ਦਾਸ ਗੁਰਦੁਆਰਾ ਪ੍ਰਭਾਤਸ਼ੋੜਾ ਸਾਹਿਬ ਵਿਖੇ ਸੀ ਜੀ ਸੰਤ ਬਾਬਾ ਜੀ ਸਿੰਘ ਦੇ ਨਾਲ, ਤਾਂ ਉਦੋਂ ਭਾਈ ਸੁਰਿੰਦਰ ਸਿੰਘ ਜੀ ਨੇ ਵਿਦਿਆਲਾ ਬਾਬਾ ਜੀ ਸਿੰਘ ਨੂੰ ਕਹਿ ਕੇ ਖੋਲ੍ਹਿਆ, ਜੀ ਜੋ ਕਿ ਦਸ਼ਮੇਸ਼ ਪੁੱਕਾ ਅਨੰਦਪੁਰ ਸਾਹਿਬ ਵਿਖੇ ਸੀ। ਉੱਥੇ ਬਹੁਤ ਦੇਰ ਉਹਨਾਂ ਨੇ ਮੁਖੀ ਬਣ ਕੇ ਸੇਵਾ ਕੀਤੀ। ਤਕਰੀਬਨ 100 ਤੋਂ ਵੀ 125 ਬੱਚਾ ਤਕਰੀਬਨ ਉਹਨਾਂ ਦੀ ਦੇਖ ਰੇਖ ਵਿੱਚ ਪੜ੍ਹਦਾ ਰਿਹਾ। ਜੀ ਫਿਰ ਕਿਸੇ ਤਰ੍ਹਾਂ ਬਾਬਾ ਜੀ ਨੇ ਹੌਲੀ ਹੌਲੀ ਜੋ ਵਿਦਿਆਲਾ ਸੀ ਬੰਦ ਕਰ ਦਿੱਤਾ। ਫਿਰ ਉਹਨੇ ਆਪਣੇ ਤੌਰ 'ਤੇ ਜੋ ਵਿਦਿਆਲਾ ਸੀ ਇਹ ਖੋਲ੍ਹਿਆ, ਜੀ ਅਤੇ ਜਿਹਦੇ ਵਿੱਚੋਂ ਅਖੀਰ ਦਮ ਤੱਕ ਪ੍ਰਚਾਰ ਨਹੀਂ ਕਰਦੇ ਰਹੇ, ਸਗੋਂ ਸਮੁੱਚੇ ਪ੍ਰਬੰਧ ਨੂੰ ਚਲਾਉਣ ਦੇ ਲਈ ਸ਼੍ਰੋਮਣੀ ਕਮੇਟੀ ਦਾ ਵੀ ਸਾਥ ਦਿੰਦੇ ਰਹੇ। ਪਿੰਡਾਂ ਪਿੰਡ ਜਾ ਕੇ ਜਿੱਥੇ ਵੀ ਕੋਈ ਸਮਾਗਮ ਹੁੰਦਾ ਸੀ, ਸਿਹਤ ਦੇ ਤੌਰ 'ਤੇ ਵੀ ਭਾਵੇਂ ਨਾ ਹੀ ਠੀਕ ਸੀ, ਪਰ ਫਿਰ ਵੀ ਉਸ ਚੀਜ਼ ਨੂੰ ਵੱਖ ਰੱਖਦੇ ਆ। ਆਪਣਾ ਜੋ ਉਹਨਾਂ ਦਾ ਇਲਾਹੀ ਫਰਜ਼ ਸੀ ਧਰਮ ਪ੍ਰਚਾਰ ਦਾ, ਉਹ ਉਹਨਾਂ ਨੇ ਪ੍ਰਮੁੱਖ ਰੱਖਿਆ ਅਤੇ ਅਖੀਰ ਦਮ ਤੱਕ ਉਹ ਨਿਭਾਉਂਦੇ ਇਸ ਸੰਸਾਰ ਤੋਂ ਚਲੇ ਗਏ ਹਨ। ਇਸ ਕਰਕੇ ਖੁਸ਼ੀ ਦੀ ਗੱਲ ਇਹ ਆ ਕਿ ਆਪਣੇ ਸਵਾਸ ਨੂੰ ਲੇਖੇ ਲਾ ਕੇ ਗਏ ਆ। ਦੁੱਖ ਦੀ ਗੱਲ ਇਹ ਆ ਵੀ ਐਡਾ ਵਿਦਵਾਨ ਕੌਮ ਦੇ ਕੋਲੋਂ ਚਲੇ ਗਿਆ। ਭਾਵੇਂ ਸੱਚੇ ਸਨ, ਪਰ ਦਾਸ ਦੇ ਨਾਲ ਉਹਨਾਂ ਦਾ ਬੜਾ ਪ੍ਰੇਮ ਸੀ। ਜਦੋਂ ਭੋਰਾ ਸਾਹਿਬ ਅਨੰਦਪੁਰ ਗੁਰੂ ਕੇ ਮਹਿਲਾਂ ਦੀ ਸੇਵਾ ਸ਼ੁਰੂ ਹੋਈ, ਜੀ ਬਹੁਤ ਵੱਡਾ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ। ਆ ਜਾਣਾ ਉਹਨਾਂ ਨੇ, ਅਤੇ ਆਮ ਕਈਆਂ ਵਿਅਕਤੀਆਂ ਦੇ ਮਨ ਵਿੱਚ ਸੀ ਉਹ ਨਿੰਦਿਆ ਕਰਦੇ ਹਨ, ਕਿਸੇ ਦੀ ਕੁਛ ਕਰਦੇ ਹਨ, ਪਰ ਸਾਡੇ ਨਾਲ ਉਹਨਾਂ ਦਾ ਬੜਾ ਪ੍ਰੇਮ ਸੀ। ਭੋਰਾ ਦਾ ਸਾਹਿਬ ਦੀ ਸੇਵਾ ਦੇ ਸਾਨੂੰ ਉਹਨੇ ਬਹੁਤ ਵੱਡਾ ਉਤਸ਼ਾਹ ਦਿੱਤਾ ਅਤੇ ਬਹੁਤ ਸਾਡਾ ਸਾਥ ਵੀ ਦਿੱਤਾ। ਸੋ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹਾਂ। ਸੋ ਸਾਡਾ ਅੱਜ ਫਰਜ਼ ਬਣਦਾ ਸੀ ਆਉਣ ਦਾ, ਅਤੇ ਉਸ ਫਰਜ਼ ਨੂੰ ਨਿਭਾਉਂਦੇ ਹਾਂ। ਕੋਈ ਅਸੀਂ ਇਹ ਨਹੀਂ ਵੀ ਅਸੀਂ ਆਏ ਹਾਂ ਵਿਸ਼ੇਸ਼ ਤੌਰ 'ਤੇ, ਪਰ ਸਾਡਾ ਫਰਜ਼ ਨੂੰ ਨਿਭਾਉਂਦੇ ਹੋਏ ਸਾਡਾ ਫਰਜ਼ ਬਣਦਾ ਸੀ ਕਿ ਉਹਨਾਂ ਦੀ ਅੰਤਿਮ ਅਰਦਾਸ 'ਤੇ ਅਸੀਂ ਆਈਏ। ਸੋ ਅਸੀਂ ਪਹੁੰਚੇ ਹਾਂ। ਮਹਾਰਾਜ ਕਿਰਪਾ ਕਰੇ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਧਰਮ ਪ੍ਰਚਾਰ ਕੀਤਾ। ਜਾਣੇ ਅਣਜਾਣੇ ਵਿੱਚ ਬਹੁਤ ਵੱਡੀਆਂ ਗਲਤੀਆਂ ਹੋ ਜਾਂਦੀਆਂ ਹਨ। ਬਾਣੀ ਦਾ ਫਰਮਾਨ ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਅਕਾਲ ਪੁਰਖ ਚੰਗੇ ਹਨ ਮਾੜੇ ਹਨ, ਆਪ ਜੀ ਨੇ ਪੈਦਾ ਕੀਤੇ ਹਨ। ਜਾਣੇ ਅਣਜਾਣੇ 'ਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਨਾਨਕ ਪਾਤਸ਼ਾਹ ਆਪ ਜੀ ਨੇ ਗਲਤੀਆਂ ਨਹੀਂ ਚਿਤਾਰਨੀਆਂ, ਬਾਂਹ ਫੜ ਕੇ ਰੱਖਣੀ ਹੈ। ਮਹਾਰਾਜ ਦੀ ਬਾਣੀ ਦਾ ਫਰਮਾਨ ਧਰਮ ਰਾਜ ਦਰ ਕਾਗਦ ਫਾੜੇ, ਜਾਂ ਨਾਨਕ ਲੇਖਾ ਸਮਝਾ। ਸੋ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਦਾ ਸਿੱਖ ਆ, ਆਪ ਜੀ ਦੀ ਬਾਂਹ ਫੜੀ ਹੋਈ, ਆਪ ਜੀ ਨੇ ਬਾਂਹ ਫੜ ਕੇ ਰੱਖਣੀ ਦਰਗਾਹ ਦੇ ਵਿੱਚ। ਸੋ ਸੁਰਖਰੂ ਹੋ ਕੇ ਆਪਣੇ ਚਰਨਾਂ ਨਿਵਾਸ ਬਖਸ਼ਣਾ। ਪਰਿਵਾਰ ਨੂੰ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਪਰਮੇਸ਼ਰ ਦਾ ਭਾਣਾ ਮੰਨਦੇ ਆ ਸਿੱਖੀ ਦਾ ਪ੍ਰਚਾਰ ਕਰਨ ਦਾ ਬਲ ਤੇ ਉਦਮ ਬਖਸ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਾਬਾ ਜੀ ਕੋਈ ਤੁਹਾਡੇ ਨਾਲ ਕੋਈ ਕਦੇ ਉਹਨਾਂ ਦੀ ਗੱਲਬਾਤ ਹੋਈ ਜਾਂ ਕੋਈ ਨਿੱਜੀ ਸਾਂਝ ਰਹੀ ਹੋਵੇ ਜਿਹੜੀ ਸੰਗਤਾਂ ਨੂੰ ਦੱਸੀ ਜਾ ਸਕਦੀ, ਜਾਂ ਕੋਈ ਉਹਨਾਂ ਦੇ ਅੰਦਰ ਕੋਈ ਅਜਿਹੀ
ਇੱਕ ਸੁਪਨਾ ਸੀ ਕੋਈ ਵੀ ਜਿਹਨੂੰ ਅਗਾਂਹ ਤੋਰਨਾ ਹੈ, ਅਸੀਂ ਤੋਰਿਆ ਜਾ ਸਕਦਾ ਜੀ? ਮੈਂ ਤੁਹਾਨੂੰ ਪਹਿਲਾਂ ਸ਼ੁਰੂ ਵਿੱਚ ਦੱਸਿਆ ਵੀ ਜਦੋਂ ਅਜੇ ਇਹ ਇਸ ਪਾਸੇ ਨੂੰ ਤੁਰੇ ਸਨ, ਜੀ। ਸੰਤ ਬਾਬਾ ਅਜੀਤ ਸਿੰਘ ਦੇ ਨਾਲ ਰਲ ਕੇ ਇਹਨਾਂ ਨੇ ਦਸ਼ਮੇਸ਼ ਬੁੰਗਾ ਦੇ ਵਿੱਚ ਵਿਦਿਆਲਾ ਖੋਲ੍ਹਿਆ। ਬਹੁਤ ਤਕਰੀਬਨ ਦੂਰ ਦੂਰ ਤੱਕ ਇਹਨਾਂ ਨੇ ਉਸ ਵਿਦਿਆਲੇ ਨੂੰ ਚਲਾਉਣ ਦੇ ਲਈ ਗਰਾਈ ਵੀ ਕੀਤੀ, ਮਿਹਨਤ ਵੀ ਕੀਤੀ। ਸੋ ਕਈ ਵਾਰ ਅਸੀਂ ਭੋਰਾ ਸਾਹਿਬ ਵੀ ਬਹਿ ਜਾਂਦੇ ਸਨ ਅਤੇ ਉਦੋਂ ਵੀ ਇਹਨਾਂ ਦੇ ਮਨ ਵਿੱਚ ਇਹੀ ਹੁੰਦਾ ਸੀ, ਉਹਨਾਂ ਨੇ ਕਹਿਣਾ ਵੀ ਆਹ ਕੁਝ ਹੋਣਾ ਚਾਹੀਦਾ, ਆਹ ਕੁਝ ਹੋਣਾ ਚਾਹੀਦਾ। ਸੋ ਉਹਨਾਂ ਦਾ ਜੋ ਤਕਰੀਬਨ ਇਹੀ ਸੀ ਵੀ ਸਾਰਾ ਜੋ ਸਿੱਖ ਪੰਥ ਦੇ ਵਿੱਚ ਧਰਮ ਪ੍ਰਚਾਰ ਆ, ਗੁਰੂ ਵਾਲੇ ਬਣਨਾ, ਬਾਣੀ ਪੜ੍ਹਨੀ, ਇਹ ਸਭ ਨੂੰ ਉਹ ਕਹਿੰਦੇ ਸਨ। ਬੜਾ ਸੌਖਾ ਤਰੀਕਾ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਸਾਦੇ ਢੰਗ ਦੇ ਨਾਲ ਪ੍ਰਚਾਰ ਕਰਦੇ ਸਨ। ਸੋ ਕਈ ਵਾਰ ਗੁਰਦੁਆਰਾ ਹੈਡਦਰਬਾਰ ਵੀ ਚਲੇ ਜਾਂਦੇ ਸਨ, ਸਮਾਗਮਾਂ 'ਤੇ ਵੀ ਅਸੀਂ ਇਕੱਠੇ ਹੁੰਦੇ ਸਨ। ਸਾਡਾ ਇਹ ਨਹੀਂ ਵੀ ਕੋਈ ਸੀ, ਸਾਡਾ ਦਿਲੋਂ ਪ੍ਰੇਮ ਸੀ। ਜਿੱਦਾਂ ਹੁੰਦਾ ਨਾ ਵੀ ਆਮ ਚਲੋ ਮਿਲੇ, ਦਿਲੀ ਪ੍ਰੇਮ ਸੀ। ਦਿਲੀ ਪ੍ਰੇਮ ਕਰਕੇ ਅਸੀਂ ਅੱਜ ਉਚੇਚੇ ਤੌਰ 'ਤੇ ਇੱਥੇ ਪਹੁੰਚੇ ਹਾਂ। ਸੋ ਮੈਂ ਮਾਫੀ ਵੀ ਮੰਗਾ ਪਰਿਵਾਰ 'ਤੇ ਕਿ ਜਿਸ ਦਿਨ ਸੰਸਕਾਰ ਸੀ ਮੈਂ ਨਹੀਂ ਪਹੁੰਚ ਸਕਿਆ। ਸਾਡਾ ਇੱਕ ਉੱਥੇ ਗੁਰਦੁਆਰੇ ਐਸਾ ਕਾਰ ਸੀ ਜਿਹੜਾ ਮੀਂਹ ਕਰਕੇ ਜੇ ਅਸੀਂ ਉਹਨੂੰ ਨਾ ਨੇਪਰੇ ਚਾੜ੍ਹਦੇ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣਾ ਸੀ। ਨਵੀਂ ਸੜਕ ਬਣਾਈ ਸੀ, ਉਸ ਕਰਕੇ ਮੈਂ ਉਸ ਦਿਨ ਪਹੁੰਚ ਨਹੀਂ ਸਕਿਆ। ਮੈਂ ਮਾਫੀ ਮੰਗਦਾ ਪਰਿਵਾਰ ਤੋਂ। ਸੋ ਅੱਜ ਸਾਡੇ ਮਨ ਦੇ ਬਲਬਲਾ ਸੀ, ਅਸੀਂ ਜ਼ਰੂਰ ਜਾ ਕੇ ਹਾਜ਼ਰੀ ਭਰਨੀ ਆ। ਸੋ ਮਹਾਰਾਜ ਕਿਰਪਾ ਕਰਿਆ ਅਸੀਂ ਰੂਹ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ, ਪਰਿਵਾਰ ਨੂੰ ਉਸੇ ਤਰ੍ਹਾਂ ਸਿੱਖੀ ਜੀਵਨ ਦੇ ਵਿੱਚ ਪਰਪੱਕ ਹੋ ਕੇ ਆਪਣੇ ਲੈਵਲ 'ਤੇ ਪ੍ਰਚਾਰ ਕਰਨ ਦਾ ਬਲ ਤੇ ਉਦੋਂ ਬਖਸ਼। ਕਿਤੇ ਨਾ ਕਿਤੇ ਗਲਤੀ ਸਾਤੋਂ ਨਹੀਂ ਹੋਈ ਜੀ ਵੀ ਅਸੀਂ ਐਡਾ ਵੱਡੇ ਵਿਦਵਾਨ ਸੀਗੇ ਵੀ ਬਹੁਤ ਸਾਰੀਆਂ ਸੰਗਤਾਂ ਜਾਣਦੀਆਂ ਸੀ, ਪਰ ਹੋਰ ਵਧੀਆ ਢੰਗ ਦੇ ਨਾਲ ਮੀਡੀਆ ਵੀ ਅੱਗੇ ਲਿਆ ਸਕਦਾ ਸੀ, ਜਾਂ ਉਹ ਆਪਣੇ ਆਪ ਵੀ ਇੱਕ ਤਰ੍ਹਾਂ ਨਾਲ ਗੁਪਤ ਰਹਿੰਦੇ ਸੀਗੇ ਜੀ, ਪਰ ਸਾਡੀ ਫਰਜ਼ ਨਹੀਂ। ਦੇਖੋ ਤਾਂ ਦੇ ਇਲਾਕੇ ਦੇ ਵਿੱਚ ਪ੍ਰਚਾਰ ਬਹੁਤ ਦੂਰ ਦੂਰ ਤੱਕ ਕਰਦੇ ਸੀ। ਪ੍ਰਧਾਨ ਸਾਹਿਬ ਨੇ ਵੀ ਦੱਸਿਆ, ਨਹੀਂ ਤੁਸੀਂ ਸੁਣਿਆ ਹੋਣਾ ਵੀ ਸਾਡਾ ਜਿਹੜਾ ਬਹੁਤ ਚਿਰਾਂ ਤੋਂ 10ਵੇਂ ਪਾਤਸ਼ਾਹ ਦੀ ਪ੍ਰਕਾਸ਼ ਦਿਹਾੜਾ ਮਨਾਉਂਦੇ ਸੀ, ਉਹ ਸਾਡੇ ਮੁੱਖ ਬੁਲਾਰੇ ਭਾਈ ਸੁਰਿੰਦਰ ਸਿੰਘ ਜੀ ਹੁੰਦੇ ਸੀ। ਤੇ ਇਸ ਮੈਂ ਇਸ ਲਈ ਸਵਾਲ ਕੀਤਾ ਸੀ ਜੀ, ਮੈਂ ਮਾਫੀ ਚਾਹੁੰਦਾ ਵੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਸਮਾਗਮ ਹੋਇਆ, ਬਹੁਤ ਸਾਰੀ ਸੰਗਤ ਸੀ, ਪਰ ਕੋਈ ਕਲਾਕਾਰ ਚਲੇ ਜਾਂਦਾ ਜੀ ਸਾਡੇ ਵਿੱਚੋਂ, ਅਚਨਚੇਤ ਵੀ ਇਸ ਤਰ੍ਹਾਂ ਵਿਛੋੜਾ ਦੇ ਜਾਂਦਾ, ਉਹਦੇ ਤੇ ਵੀ ਲੱਖਾਂ ਇਕੱਠ ਹੋ ਜਾਂਦਾ ਜੀ। ਤੇ ਇਹ ਤਾਂ ਫਿਰ ਇਹਨਾਂ ਨੇ ਚੰਗੇ ਪਾਸੇ ਲਾਇਆ ਜੀ ਲੋਕਾਂ ਨੂੰ, ਜਾਂ ਚੰਗੇ ਪਾਸੇ ਲੱਗਣ ਵਾਲੇ ਲੋਕ ਘੱਟ ਹੁੰਦੇ ਨੇ ਜੀ। ਦੇਖ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸੱਚ ਹੁੰਦਾ ਜੀ ਉਹ ਕੌੜਾ ਹੁੰਦਾ, ਜਿਹੜਾ ਝੂਠ ਹੁੰਦਾ ਮਿੱਠਾ ਹੁੰਦਾ। ਇਸ ਕਰਕੇ ਜੋ ਸਿੱਖੀ ਜੀਵਨ ਹੈ ਉਹ ਇੱਕ ਖੰਡੇ ਦੀ ਧਾਰ ਆ। ਇਸ ਪਾਸੇ ਨੂੰ ਜੋ ਉਹੀ ਬੰਦਾ ਤੁਰਦਾ, ਉਹੀ ਕਿਸੇ ਦੇ ਨਾਲ ਹਮਦਰਦੀ ਕਰਦਾ, ਜਿਹਦੇ ਮਨ ਵਿੱਚ ਸਿੱਖੀ ਦਾ ਪ੍ਰਚਾਰ, ਸਿੱਖੀ ਦੀ ਸਪਿਰਟ ਹੁੰਦੀ ਆ। ਬਾਕੀ ਤੁਸੀਂ ਜਾਣਦੇ ਹੋ ਕਿ ਵੋਟਾਂ ਦੇ ਰਾਜ ਕਰਕੇ ਆਪਾਂ ਲਾਲਾ ਕਰਕੇ ਤੁਰ ਪੈਂਦੇ ਆ। ਇਸ ਕਰਕੇ ਇੱਥੇ ਨਾ ਕੋਈ ਵੋਟ ਦੀ ਗੱਲ ਸੀ, ਨਾ ਕੋਈ ਅਸੀਂ ਜਿੰਨੀ ਵੀ ਸੰਗਤ ਆਈ ਆ ਸਾਰੇ ਦਿਲੋਂ ਪ੍ਰੇਮ ਕਰਕੇ ਆਈ ਆ। ਇਸ ਕਰਕੇ ਜੰਗਲ ਵਿੱਚ ਇੱਕ ਸ਼ੇਰ ਹੁੰਦਾ ਤੇ ਭਾਵੇਂ ਹਜ਼ਾਰਾਂ ਦੀ ਗਿਣਤੀ 'ਚ ਆਮ ਜਾਨਵਰ ਹੁੰਦੇ ਆ, ਪਰ ਸ਼ੇਰ ਦੀ ਸਰਦਾਰੀ ਹੁੰਦੀ ਆ। ਇਸੇ ਕਰਕੇ ਜੋ ਇੱਕ ਇੱਕ ਸੰਗਤ ਵੀ ਆਈ ਆ ਉਹ ਹਜ਼ਾਰਾਂ ਦਾ ਘਾਟਾ ਪੂਰਾ ਕਰਨ ਦੇ ਲਈ ਆਈ ਆ, ਹਜ਼ਾਰਾਂ ਦੀ ਨੁਮਾਇੰਦਗੀ ਕਰਨ ਦੇ ਆਈ ਆ। ਇਸ ਕਰਕੇ ਜੇ ਇੱਕ ਨੂੰ ਆਪਾਂ ਹਜ਼ਾਰ ਨਾਲ ਗੁਣਾ ਕਰੀਏ ਕਿੰਨੇ ਬਣ ਜਾਂਦੇ, ਉਨੇ ਹੀ ਬਣ ਜਾਂਦੇ ਆ। ਇਸ ਕਰਕੇ ਜਿਹੜੀ ਆਈ ਆ ਸਾਰੀ ਕਰੀਮ ਆਈ ਆ, ਬਾਣੀ ਪੜ੍ਹਨ ਵਾਲੇ ਆਏ ਆ ਤੇ ਉਹਨਾਂ ਦੇ ਦਿਲੋਂ ਪ੍ਰੇਮ ਕਰਨ ਵਾਲੇ ਆਏ ਆ। ਕੋਈ ਇਹ ਨਹੀਂ ਆਇਆ ਵੀ ਚਲੋ ਤੁਰ ਕੇ ਹਵਾ ਦੇ ਵੇਗ ਦੇ ਨਾਲ ਆ ਗਏ, ਉਹ ਨਹੀਂ ਆ, ਸਾਰੇ ਦਿਲੋਂ ਪ੍ਰੇਮ ਵਾਲੇ ਆ। ਇਹ ਕਰਕੇ ਇੱਕ ਬੰਦਾ ਹਜ਼ਾਰਾਂ ਦਾ ਘਾਟਾ ਪੂਰਾ ਕਰਨ ਦੇ ਨੁਮਾਇੰਦਗੀ ਰੱਖਣ ਵਾਸਤੇ ਆਇਆ ਜੀ। ਅੱਗੇ ਹੁਣ ਸਿੱਖ ਨੌਜਵਾਨ ਜਿਹੜੇ ਜਾਂ ਅੱਜ ਘਾਟਾ ਪਿਆ, ਜੋ ਇੱਕ ਸੰਸਥਾ ਵੀ ਨੂੰ ਵੀ ਚਲਾਉਂਦੇ ਨੇ, ਪ੍ਰਿੰਸੀਪਲ ਨੇ ਉਹਨਾਂ ਦੇ, ਤੇ ਉਹ ਫਿਰ ਹੁਣ ਕਿੱਧਰ ਵੱਲ ਦੇਖਣ ਜੀ? ਉਹ ਕਹਿੰਦੇ ਸਾਨੂੰ ਹਨੇਰਾ ਲੱਗ ਰਿਹਾ ਜੀ, ਪਰ ਉਹ ਸੇਧ ਉਹਨਾਂ ਦੇ ਜੀਵਨ ਤੋਂ ਕਿਸ ਤਰ੍ਹਾਂ ਜਾਣ ਤੋਂ ਬਾਅਦ ਵੀ ਲਈ ਜਾ ਸਕਦੀ ਜੀ? ਦੇਖੋ ਇਹ ਤਾਂ ਸਾਰੀ ਦਸ਼ਮੇਸ਼ ਪਿਤਾ ਦੀ ਗੱਲ ਆ। ਜੇ ਉਹ ਇੱਕ 8ਵੇਂ ਪਾਤਸ਼ਾਹ ਗੂੰਗੇ ਬੋਲੇ ਤੋਂ ਗਿਆਨ ਕਰਾ ਸਕਦੇ ਆ, ਗੀਤਾ ਦਾ ਗਿਆਨ ਭਾਈ ਛੱਜੂ ਤੋਂ, ਤੇ ਉਹਨਾਂ ਨੇ ਜਿਹਦੇ ਵੀ ਸਿਰ ਤੇ, ਹੁਣ ਦੇਖੋ ਇਹ ਜਿਹੜਾ ਪੰਥ ਆ ਇਹ ਕਿਸੇ ਦਾ ਨਾ ਸਾਡਾ ਨਾ ਕਿਸੇ ਹੋਰ ਦਾ, ਇਹ ਦਸ਼ਮੇਸ਼ ਪਿਤਾ ਜੀ ਦਾ। ਉਹਨੇ ਇਹਨੂੰ ਚਲਾਉਣਾ, ਉਹਨੇ ਜਿਹਦੇ ਵੀ ਸਿਰ ਤੇ ਹੱਥ ਰੱਖ ਦੇਣਾ, ਉਹਨੇ ਉਹੋ ਜਿਹਾ ਬਖਤਾ ਬਣ ਜਾਣਾ, ਉਹਨੇ ਹੀ ਵਿਦਵਾਨ ਬਣ ਜਾਣਾ, ਉਹਨੇ ਹੀ ਵੱਡਾ ਪ੍ਰਚਾਰਕ ਬਣ ਜਾਣਾ। ਜਿਹਦੇ ਮਹਾਰਾਜ ਨੇ ਸਿਰ ਤੇ ਹੱਥ ਰੱਖਤਾ ਇਹ ਉਹਦੀ ਵਡਿਆਈ ਆ, ਉਹਨੇ ਸਭ ਕੁਝ ਕਰਾ ਦੇਣਾ। ਪੰਥ ਜੋ ਉਹਦਾ, ਕਿਸੇ ਦਾ ਬਣਾਇਆ ਪੰਥ ਨਹੀਂ, ਪੰਥ ਦਸ਼ਮੇਸ਼ ਪਿਤਾ। ਇਸ ਕਰਕੇ ਫਿਕਰ ਮਹਾਰਾਜ 10ਵੇਂ ਪਾਤਸ਼ਾਹ ਦਾ, ਇਹ ਤਾਂ ਉਹਦਾ ਤਖਤ, ਅਸੀਂ ਤਖਤ ਥੱਲੇ ਬੈਠੇ ਆ। ਇਹਦੇ ਕਰਕੇ ਦਸ਼ਮੇਸ਼ ਪਿਤਾ ਜੀ ਨੂੰ ਫਿਕਰ ਆ, ਉਹਨੇ ਆਪੇ ਸਭ ਕੁਝ ਕਰ ਦੇਣਾ ਤੇ ਉਹਦੀ ਸਾਨੂੰ ਰਜਾ ਵਿੱਚ ਰਹਿਣਾ ਚਾਹੀਦਾ, ਉਹਦੀ ਅਧੀਨਗੀ ਦੇ ਵਿੱਚ, ਉਹਦੀ ਸ਼ਰਨ ਵਿੱਚ ਰਹਿ ਕੇ ਸਾਨੂੰ ਸ਼ੁਕਰ ਕਰਨਾ ਚਾਹੀਦਾ। ਮਹਾਰਾਜ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿ ਰਹੇ ਹਾਂ, ਸਾਡੇ 'ਤੇ ਕਿਰਪਾ ਕਰ। ਮਹਾਰਾਜ ਕਰ ਵੀ ਰਿਹਾ, ਹੋਰੀ ਤੋਂ ਵੱਧ ਹੋਰ ਕੀ ਕਰ ਸਕਦਾ। ਅਸੀਂ ਅਨੰਦਪੁਰ ਧਰਤੀ ਰਹਿ ਰਹੇ ਹਾਂ। ਬਾਕੀ ਪ੍ਰਚਾਰ ਸਿੱਖੀ ਦਾ ਬਹੁਤ ਆ। ਬਾਕੀ ਇਹੀ ਆ ਵੀ ਜਿਹੜੇ ਸਿੱਖੀ ਦੇ ਅਸੂਲ ਆ ਉਹ ਥੋੜ੍ਹੇ ਜਿਹੇ ਕਠਿਨ ਆ, ਸਾਜਰੇ ਉੱਠਣਾ ਪੈਂਦਾ,
ਅੱਜ ਇੱਕ ਰਵਾਇਤ ਹੈ, ਜਿਹਨੂੰ ਮਰਜ਼ੀ ਪੁੱਛ ਲਓ ਵੀ ਕਿੰਨੇ ਵਜੇ, ਉਹ ਕਹਿੰਦਾ ਵਾ 8-7 ਵਜੇ, ਤਕਰੀਬਨ 6 ਔਰ 8 ਦੇ ਵਿਚਾਲੇ ਦੀ ਉਹ ਗੱਲ ਚੱਲਦੀ ਆ। 2:30-3 ਵਜੇ ਤੱਕ ਕੋਈ ਬਿਰਲੇ ਦੀ ਗੱਲ 'ਚ ਪੁੱਛਦੇ, ਜਿਹਨੂੰ ਪੁੱਛਦੇ ਕੋਈ ਕਹਿੰਦਾ ਮੈਂ ਬਿਮਾਰ ਹੈ ਕੁਛ, ਭਾਈ ਕਿੰਨੇ ਕੁ ਵਜੇ ਉੱਠਦਾ? 6 ਵਜੇ ਉੱਠਦੇ ਆ ਜੀ। ਹੁਣ 4:30 ਵਜੇ ਤਾਂ ਚਾਨਣਾ ਹੋ ਜਾਂਦਾ। ਜੇ ਆਪਾਂ ਸੁੱਕ ਵਿੱਚ ਦਾਣੇ ਗੇਰਦੇ ਜੰਮਦੇ, ਇਸ ਕਰਕੇ ਮਹਾਰਾਜ ਨੇ ਅੰਮ੍ਰਿਤ ਵੇਲੇ ਨੂੰ ਮਹੱਤਤਾ ਦਿੱਤੀ ਆ। ਕਿ ਇਸੇ ਕਰਕੇ ਤਾਂ ਨਹੀਂ ਜੀ ਜਿਹੜੀਆਂ ਕਤਲ ਹੋ ਰਹੇ ਨੇ ਜਾਂ ਭਰਾ ਭਰਾ ਤੋਂ ਜ਼ਮੀਨ ਪਿੱਛੇ ਲੜ ਰਹੇ ਨੇ ਜੀ, ਇਹ ਸਾਡੇ ਉੱਠਣ ਕਰਕੇ ਔਰ ਸਿੱਖੀ ਤੋਂ ਦੂਰ ਹੋਣ ਕਰਕੇ। ਇੱਕ ਵਾਰ ਸੰਤ ਸਿੰਘ ਬਸਤੀ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਖਾਲਸਾ ਰਾਜ ਕਦੋਂ ਆਊਗਾ। ਉਹ ਕਹਿੰਦੇ ਜਿਸ ਦਿਨ ਸਾਰੀ ਕੌਮ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਸ਼ੁਰੂ ਕਰ ਦੂੰਗੇ, ਉਸ ਦਿਨ ਖਾਲਸਾ ਰਾਜ ਆ ਜਾਣਾ। ਗੱਲ ਤਾਂ ਇਹ ਛੋਟੀ ਜਿਹੀ, ਦੇ ਪਿੱਛੇ ਬਹੁਤ ਬੜੀ ਬੈਕਗਰਾਉਂਡ ਆ ਜੀ। ਜਿਹੜਾ ਬੰਦਾ 2 ਵਜੇ ਉੱਠੂਗਾ ਉਦਮੀ ਵੀ ਹੋਊਗਾ। ਬਿਲਕੁਲ। ਤੇ ਉਹਦੇ 'ਚ ਜਦੋਂ ਬਾਣੀ ਪੜ੍ਹਨੀ ਆ, ਉਹਦੇ 'ਤੇ ਅਮਲ ਕਰੂ, ਸਹਿਣਸ਼ੀਲਤਾ ਵੀ ਆ ਜਾਣੀ, ਉਹਦੇ 'ਚ ਤਿਆਗ ਵੀ ਆ ਜਾਣਾ, ਉਹਦੇ 'ਚ ਪ੍ਰੇਮ ਵੀ ਆ ਜਾਣਾ, ਉਹਦੀ ਬੋਲ ਬਾਣੀ 'ਚ ਵੀ ਫਰਕ ਪੈ ਜਾਣਾ। ਜਦੋਂ ਸਾਰੀਆਂ ਗੱਲਾਂ ਸਿੱਖੀ ਦੇ ਨਾਲ ਜੁੜ ਗਈਆਂ ਤਾਂ ਆਪਣੇ ਆਪੇ ਸਭ ਕੁਝ ਠੀਕ ਹੋ ਜਾਣਾ। ਪੰਥ 'ਚ ਏਕਤਾ ਵੀ ਆ ਜਾਣੀ। ਹੁਣ ਤਾਂ ਪੰਥ ਇੱਕ ਦੂਜੇ ਨੂੰ ਫਤਿਹ ਬੁਲਾਉਣ 'ਤੇ ਵੀ ਅੰਗਰੇਜ਼ ਕਰਦੇ ਆ ਵੀ ਇਹਨੂੰ ਫਤਿਹ ਨਹੀਂ ਬੁਲਾਉਣ, ਪਤਾ ਨਹੀਂ ਕਿਹੜੀ ਦਲ ਦਾ, ਪਤਾ ਨਹੀਂ ਕਿਹੜੀ ਪਾਰਟੀ ਦਾ ਹੈ। ਦੇਖ ਲਓ ਸੀ ਜਾ ਕੇ ਕੋਈ ਸਿੱਖ ਨੂੰ ਫਤਿਹ ਬੁਲਾਉਂਦਾ? ਕੋਈ ਨਹੀਂ ਬੁਲਾਉਂਦਾ। ਸੌਂਕਾ ਪਰਨ ਹੋ ਕੇ ਲਾਏ, ਪਤਾ ਨਹੀਂ ਕਿਹੜੇ ਗਰੁੱਪ ਦਾ ਕੌਣ ਆ। ਇਸ ਕਰਕੇ ਗਰੁੱਪ ਤਾਂ ਗੁਰੂ ਨਾਨਕ ਪਾਤਸ਼ਾਹ ਸਮਝਣਾ ਚਾਹੀਦਾ। ਸਾਡੇ ਗਰੁੱਪ ਦਾ ਅਸੀਂ ਆਪਣੇ ਬਣਾਏ ਪਏ ਆ। ਜਦੋਂ ਅਸੀਂ ਇਸ ਗੱਲ 'ਤੇ ਆ ਗਏ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੰਥ ਆ, ਦਸ਼ਮੇਸ਼ ਪਿਤਾ ਦਾ ਪੰਥ ਆ, ਅਸੀਂ ਉਹਦੇ ਨਾਲ ਜੁੜਨਾ, ਫਿਰ ਆਪਣੇ ਆਪ ਪਾੜੇ ਮਿਟ ਜਾਣੇ, ਆਪਣੇ ਆਪ ਸਭ ਕੁਝ ਹੋ ਜਾਣਾ। ਜਦ ਤਿਆਗ ਆ ਗਿਆ, ਸਹਿਣਸ਼ੀਲਤਾ ਆ ਗਈ, ਪ੍ਰੇਮ ਭਾਵ ਆ ਗਿਆ, ਬਾਣੀ ਨੂੰ ਮੰਨਣ ਲੱਗ ਗਏ ਕਿ ਬਾਣੀ ਤਾਂ ਇੱਕੋ ਆ, ਜਾਂ ਸਾਰਿਆਂ ਨੂੰ ਉਹੀ ਮੰਨਣੀ ਆ, ਆਪਣੇ ਆਪ ਜੇ ਸਾਡੇ ਏਕਤਾ ਬਣ ਜਾਣੀ। ਵੀ ਕਿਹੜੀ ਜਦੋਂ ਏਕਤਾ ਸਿੱਖ ਧਰਮ ਵਿੱਚ ਬਣੀ, ਮਿਸਲਾਂ 'ਚ ਏਕਤਾ ਬਣੀ, ਰਾਜ ਆ ਗਿਆ। ਆਇਆ ਕਿ ਨਹੀਂ ਰਾਜ? ਇਸ ਕਰਕੇ ਹੁਣ ਵੀ ਸਿਰਫ ਸਿੱਖ ਕੌਮ ਦੀ ਦੇਖੋ ਕੋਈ ਪ੍ਰਾਪਤੀਆਂ ਘੱਟ ਨਹੀਂ ਹੈਗੀਆਂ। ਕਰੋਨਾ ਦੇ ਵਿੱਚ ਵਰਲਡ ਦੇ ਵਿੱਚ ਲੋਕ ਲੁਕ ਗਏ, ਬੜੇ ਬੜੇ ਸ਼ਾਸਨ ਲੁਕ ਗਏ, ਬੜੇ ਬੜੇ ਜੋ ਦੇਸ਼ਾਂ ਦੇ ਮੁਖੀ ਤੇ ਉਹ ਲੁਕ ਗਏ, ਪਰ ਇੱਕ ਸਿੱਖ ਤਾਂ ਭਾਵੇਂ ਕੋਈ ਗਰੀਬ ਤਾਂ ਭਾਵੇਂ ਅਮੀਰ ਤਾਂ, ਭਾਵੇਂ ਉਹ ਪਹਾੜ ਦੀ ਚੋਟੀ 'ਤੇ ਬੈਠਾ ਤਾਂ ਭਾਵੇਂ ਪਤਾਲ ਵਿੱਚ ਬੈਠਾ ਤਾਂ, ਉਹਨੇ ਜਿੰਨੀ ਕੁ ਉਹਦੇ ਕੋਲ ਸਮਰੱਥਾ ਤੀ ਉਹਨੇ ਬਾਕੀ ਨੂੰ ਰੋਟੀ ਖਿਲਾ ਕੇ ਤਾਂ ਪਹਿਲਾਂ ਆਪ ਖਾਧੀ ਆ। ਇਸ ਕਰਕੇ ਅਮਰੀਕਾ ਵਰਗਿਆਂ ਨੂੰ ਵੀ ਕਹਿਣਾ ਪਿਆ, ਉਹਨਾਂ ਨੂੰ ਵੀ ਸਲਾਮੀਆਂ ਦੇਣੀਆਂ ਪਈਆਂ। ਕਿਉਂ ਦੇਣੀਆਂ ਪਈਆਂ? ਦੇਖ ਕੇ ਦੇਣੀਆਂ ਪਈਆਂ, ਪ੍ਰੈਕਟੀਕਲ ਤੌਰ 'ਤੇ ਦੇਣੀਆਂ ਪਈਆਂ। ਇਸ ਕਰਕੇ ਅਮਰੀਕਾ ਵਰਗਾ ਦੇਸ਼ ਵੀ ਜਦੋਂ ਸਿੱਖ ਧਰਮ ਨੂੰ, ਪ੍ਰਚਾਰਕਾਂ ਨੂੰ, ਉਹਨਾਂ ਦੀ ਕੀਤੀ ਕਰਨੀ ਨੂੰ ਸਲਾਮ ਕਰਦਾ, ਫਿਰ ਸਾਡੇ ਵਿੱਚ ਤਾਂ ਸਿਰਫ ਏਕਤਾ ਦੀ ਉਹ ਘਾਟ ਹੈ। ਜੇ ਸਾਡੇ ਵਿੱਚ ਏਕਤਾ ਆ ਜਾਵੇ, ਫਿਰ ਸਾਡੇ ਮੂਹਰੇ ਕੌਣ ਟਿਕ ਸਕਦਾ, ਕੌਣ ਸਾਨੂੰ ਹਰਾ ਸਕਦਾ, ਕੌਣ ਸਾਨੂੰ ਜਲੀਲ ਕਰ ਸਕਦਾ। ਇਸ ਕਰਕੇ ਸਾਡੇ ਵਿੱਚ ਏਕਤਾ ਨਹੀਂ ਹੈਗੀ। ਸਾਡੇ 'ਚ ਨਫ਼ਰਤ, ਦਵੈਸ਼ ਭਾਵਨਾ, ਇੱਕ ਦੂਜੇ ਨੂੰ ਦੇਖ ਕੇ ਰਾਜੀ ਨੇ ਫਲਾਣਾ, ਤੋਂ ਪਹਿਲੀ ਜਿਹੜੀ ਗੱਲ ਕਰੀ ਆ। ਇਸ ਕਰਕੇ ਜਦੋਂ ਇਹਨਾਂ ਨੂੰ ਅਸੀਂ ਤਿਆਗ ਦੂੰਗੇ, ਸਿੱਖ ਧਰਮ ਵਰਗਾ ਨਾ ਕੋਈ ਦੁਨੀਆ ਵਿੱਚ ਧਰਮ ਆ ਜਿਹੜਾ ਸਾਰਿਆਂ ਦਾ ਭਲਾ ਲੋਚਦਾ, ਸਾਰਿਆਂ ਦੀ ਭਲੇ ਦੀ ਅਰਦਾਸ ਕਰਦਾ। ਸਾਰੇ ਭੁੱਖਿਆਂ ਨੂੰ ਭਾਵੇਂ ਕੱਪੜੇ ਦੀ ਲੋੜ, ਕਿਸੇ ਚੀਜ਼ ਦੀ ਵੀ ਲੋੜ ਹੋਵੇ, ਸਿੱਖ ਪਹਿਲਾਂ ਉਹਦੇ ਮੂੰਹ ਵਿੱਚ ਪਾ ਕੇ ਫਿਰ ਆਪਣੇ ਮੂੰਹ 'ਚ ਪਾਉਂਦਾ। ਉਹ ਤੁਹਾਡੇ ਸਾਹਮਣੇ ਹੜ੍ਹਾਂ ਦੀਆਂ, ਕਰੋਨੇ ਦੀਆਂ, ਸੁਨਾਮੀ ਲਹਿਰਾਂ ਦੀਆਂ, ਅਮਰੀਕਾ ਵਿੱਚ ਹੋਵੇ ਭਾਵੇਂ ਕਿਤੇ ਵੀ ਹੋ, ਤੁਹਾਡੇ ਸਾਹਮਣੇ ਕਿੰਨੀ ਉਦਾਹਰਨ ਹੈ, ਤੁਸੀਂ ਆਪ ਉਹਨਾਂ ਨੂੰ ਕਵਰੇਜ ਕਰਦੇ ਹੋ। ਇਸ ਕਰਕੇ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਲੜ ਫੜੀਏ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ 4 ਉਦਾਸੀਆਂ ਕਰਕੇ ਜਾ ਕੇ ਆਪ, ਭਾਵੇਂ ਕੋਈ ਚੰਗਾ ਸੀ ਭਾਵੇਂ ਮਾੜਾ ਸੀ, ਉਹਨਾਂ ਦੇ ਘਰ ਜਾ ਕੇ ਪੈਂਡੇ ਤੈਅ ਕਰਕੇ ਉਹਨਾਂ ਨੂੰ ਸੁਧਾਰਿਆ। ਜਾਨਵਰਾਂ ਨੇ ਵੀ ਕਹਾ ਮੰਨਿਆ, ਸੱਪ ਨੇ ਵੀ ਕਹਾ ਮੰਨਿਆ। ਤੁਹਾਡੇ ਨੇੜੇ ਕੀਰਤਪੁਰ ਸਾਹਿਬ ਸ਼ੇਰ ਨੇ ਵੀ ਗੁਰੂ ਨਾਨਕ ਪਾਤਸ਼ਾਹ ਚਰਨਾਂ 'ਤੇ ਨਮਸਕਾਰ ਕੀਤੀ। ਪੱਥਰਾਂ ਨੇ ਵੀ ਮਹਾਰਾਜ ਦਾ ਕਹਾ ਮੰਨਿਆ, ਰਾਖਸ਼ਾਂ ਨੇ ਵੀ ਮਹਾਰਾਜ ਦਾ ਕਹਾ ਮੰਨਿਆ। ਇਹ ਇਤਿਹਾਸਕ ਗੱਲਾਂ ਨੇ ਜੀ, ਪਰ ਇਹ ਤਾਂ ਮੁਨਕਰ ਹੋਈ ਜਾਂਦੇ ਬਹੁਤ ਲੋਕ। ਦੇਖੋ ਜੀ, ਮੁਨਕਰ ਜਿਹਨੇ ਦੇਖੋ ਜੇ ਕੋਈ ਆਪਣੇ ਬਾਪ ਨੂੰ ਨਹੀਂ ਮੰਨੂਗਾ, ਫਿਰ ਖੁਦ ਦਾ ਬਾਪ ਵੀ ਮੇਰਾ ਬਾਪ ਹੀ ਨਹੀਂ ਹੈਗਾ, ਫਿਰ ਮੁਨਕਰ ਹੋ ਕੇ ਹਾਂ ਤਾਂ ਮੁਨਕਰ ਜਿਹੜੀ ਮਲ 'ਤੇ ਹੋ ਜੋ, ਸਾਰੇ ਤਾਂ ਨਹੀਂ ਮੁਨਕਰ ਹੋ ਰਹੇ। ਕੁਛ ਇੱਕ ਦੇਖੋ ਘਰ ਵਿੱਚ 10 ਮੈਂਬਰ ਆ, ਜੇ ਇੱਕ ਉਹਨਾਂ ਦੇ ਮੁਨਕਰ ਹੋ ਗਿਆ, ਬਾਕੀ ਤਾਂ ਨਹੀਂ ਹੋ ਗਿਆ ਵੀ ਮੇਰਾ ਬਾਪ ਨਹੀਂ। ਕਈ ਵਾਰ ਕੋਈ ਆਪਾਂ ਕਹਿੰਦੇ ਆ ਵੀ ਬੇਗੁਰਾ ਨਿਕਲ ਗਿਆ, ਕੁਛ ਨਿਕਲ ਗਿਆ, ਬਾਕੀ ਤਾਂ ਬਾਪ ਨੂੰ ਮੰਨਦੇ ਆ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਸਾਰੀ ਬਾਣੀ ਦੇ ਉਦਾਹਰਨ ਹੈ। ਬਾਣੀ ਤੁਸੀਂ ਪੜ੍ਹ ਕੇ ਦੇਖ ਲਓ, ਬਾਣੀ ਵਿੱਚ ਸਾਰਾ ਜ਼ਿਕਰ ਆਉਂਦਾ। ਗੁਰੂ ਨਾਨਕ ਪਾਤਸ਼ਾਹ ਕਿਹਦਾ ਨਹੀਂ ਕਹਾ ਮੰਨਿਆ, ਪਰ ਅਸੀਂ ਕਹਾ ਮੰਨਣ 'ਤੇ ਹਟ ਗਏ। ਜਿਸ ਦਿਨ ਅਸੀਂ ਕਹਾ ਮੰਨਣ ਲੱਗ ਗਏ ਗੁਰੂ ਨਾਨਕ ਪਾਤਸ਼ਾਹ ਦਾ, ਅਤੇ ਉਹਨਾਂ ਤਾਂ ਇੱਕੋ ਸ਼ਬਦ ਪੜ੍ਹਦੇ ਤੇ, ਜਿੱਥੇ ਤੁਸੀਂ ਇਤਿਹਾਸ ਨੂੰ ਫੋਲ ਕੇ ਦੇਖੋ ਤਾਂ ਇਤਿਹਾਸਕ ਗੱਲ ਆ ਨਾ। ਬਾਣੀ ਦਾ ਦੇਖੋ, ਇਹਦਾ ਬਾਣੀ ਵਿੱਚ ਦਰਜ ਆ। ਬਾਣੀ ਦਾ ਕੋਈ ਵੀ ਬਾਣੀ ਲੈ, ਉਹਦਾ ਪਿਛੋਕੜ ਲੈ ਲਓ ਤਾਂ ਬਾਣੀ ਦੇ ਵਿੱਚ ਜਿਹੜਾ ਵੀ ਸ਼ਬਦ ਪੜ੍ਹਿਆ ਕਿਸੇ ਦੇ ਪ੍ਰਥਾਏ ਪੜ੍ਹਿਆ ਗਿਆ। ਅਤੇ ਹੁਣ ਜਦੋਂ ਇੱਕ ਸ਼ਬਦ ਦੇ ਨਾਲ ਉਹਨਾਂ ਨੇ ਕੋਹੜੀ ਨੂੰ ਵੀ ਰਾਜੀ ਕਰਤਾ, ਇੱਕ ਸ਼ਬਦ ਦੇ ਨਾਲ ਕੌਡੇ ਰਾਖਸ਼ ਨੂੰ ਵੀ ਠੀਕ ਕਰਤਾ, ਪਰ ਅਸੀਂ ਤਾਂ ਕਿੰਨੀ ਗੁਰਬਾਣੀ ਪੜ੍ਹ ਕੇ ਫਿਰ ਨਹੀਂ ਠੀਕ ਹੋ ਰਹੇ। ਇਸ ਕਰਕੇ ਸਾਡੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਕੀਤੇ ਜੋ ਗੱਲਾਂ, ਮਲ ਗਨਕਾ ਦੀ ਗੱਲ ਆਉਂਦੀ ਹੈ ਜੀ, ਸਭ ਕੁ ਆਉਂਦੀ ਹੈ ਬਾਣੀ ਦੇ ਵਿੱਚ, ਸਭ ਉਤਰ ਗਏ। ਫਿਰ ਬਾਣੀ ਨੇ ਤਾਂ ਇਸ ਕਰਕੇ ਅਸੀਂ
ਪ੍ਰੈਕਟੀਕਲ ਤੌਰ ਤੇ ਜੀਵਨ ਨੂੰ ਬਤੀਤ ਘੱਟ ਕਰ ਰਹੇ ਹਾਂ। ਦਸੇ ਗੁਰੂ ਸਾਹਿਬਾਨ ਨੇ ਜਿਤਨੀ ਵੀ ਬਾਣੀ ਲਿਖੀ ਉਹਨੂੰ ਸਾਰੇ ਜ਼ਿੰਦਗੀ ਤੇ ਪ੍ਰੈਕਟੀਕਲ ਤੌਰ ਤੇ, ਤਾਂ ਮੈਂ ਤੈਨੂੰ ਇੱਕ ਉਦਾਹਰਨ ਦਿੰਦਾ ਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਭਰਾ ਪਿਰਥੀ ਚੰਦ ਤਾ, ਹਾਂਜੀ ਗੁਰੂ ਨਾਨਕ ਪਾਤਸ਼ਾਹ ਕਿੰਨਿਆਂ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਕਿੰਨਿਆਂ ਦਾ ਭਲਾ ਕਰਿਆ। ਕੋਈ ਜਿਨ੍ਹਾਂ ਕੋਲ ਐਡਾ ਵੀ ਉਹਨਾਂ ਕੋਲ ਆਇਆ, ਚਾਹੇ ਭੁੱਖਾ ਆਇਆ, ਕੋਈ ਰਾਜ ਲਈ ਆਇਆ, ਕੋਈ ਕਿਸੇ ਵੀ ਧਰਮ ਚੀਜ਼ ਦੇ ਲਈ ਆਇਆ, ਉਹਨਾਂ ਦੇ ਘਰ ਪੂਰਾ ਕਰਿਆ। ਪਰ ਉਹਨਾਂ ਨੇ ਪਿਰਥੀ ਚੰਦ ਨੂੰ ਕਿਉਂ ਨਹੀਂ ਕਰਿਆ? ਇੱਕ ਸਵਾਲ ਉੱਠਦਾ ਨਾ। ਇਸ ਕਰਕੇ ਨਹੀਂ ਕਰਿਆ ਕਿਉਂਕਿ ਸਾਡੇ ਆਉਣ ਵਾਲੀ ਜੋ ਪਨੀਰੀ ਸੀ, ਆਉਣ ਵਾਲੇ ਸਿੱਖ ਧਰਮ ਦੇ ਅਨੁਯਾਈ ਸੀ, ਉਹਨਾਂ ਨੂੰ ਇਹ ਦੱਸਣਾ ਵੀ ਘਰਾਂ ਦੇ ਵਿੱਚ ਇਹ ਵੀ ਕੁਝ ਹੁੰਦਾ ਹੈ, ਆਪਾਂ ਉਹਦੇ 'ਚੋਂ ਕਿੱਕਣਾ ਨਿਕਲਣਾ, ਕਿੱਕਣਾ ਉਹਦੇ 'ਚੋਂ ਆਪਾਂ ਨਿਕਲ ਕੇ ਆਪਣੇ ਜੀਵਨ ਨੂੰ, ਪਰਿਵਾਰ ਨੂੰ ਵੀ ਚਲਾਉਣਾ, ਆਪਣੇ ਗ੍ਰਸਤੀ ਨੂੰ ਵੀ ਚਲਾਉਣਾ ਅਤੇ ਸਮਾਜ ਵਿੱਚ ਵੀ ਰਹਿਣਾ। ਅਤੇ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਪਿਰਥੀ ਚੰਦ ਬਰਾਬਰੋਂ ਬਰਾਬਰ ਚੱਲਦੇ, ਉਹਨਾਂ ਨੇ ਕਦੇ ਉਹਨੂੰ ਕਰ ਸਕਦੇ ਤੇ। ਇੱਥੋਂ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਿਮਰਤਾ ਦਿਖਾਈ। ਜਦੋਂ ਪਿਰਥੀ ਚੰਦ ਬਿਮਾਰ ਹੋ ਗਿਆ, ਸਿੱਖ ਸੰਗਤਾਂ ਨੇ ਆ ਕੇ ਕਿਹਾ ਕਿ ਤੁਹਾਡਾ ਭਰਾ ਬਿਮਾਰ ਹੋ ਗਿਆ, ਉਹਨਾਂ ਦੇ ਪ੍ਰਥਾਏ ਵੀ ਮੇਰੇ ਖਿਆਲ ਸ਼ਾਇਦ 3 ਸ਼ਬਦ ਆਉਂਦੇ ਆ, ਬਾਣੀ ਦੇ ਰਚੇ, ਰਾਖ ਲਿਓ ਮੇਰੇ ਭਾਈ ਕੋ। ਅਤੇ ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਵਨ ਤੋਂ ਅਸੀਂ ਜੇ ਸਿੱਖਿਆ ਲੈ ਲਈ ਵੀ ਇੰਨੀ ਨਿਮਰਤਾ ਚਾਹੀਦੀ ਆ, ਪਰਿਵਾਰ ਦੇ ਵਿੱਚ ਰਹਿ ਕੇ, ਕਲੇਸ਼ ਵਿੱਚ ਵੀ ਰਹਿ ਕੇ ਉੱਭਰ ਕੇ ਨਿਕਲੇ। ਰੋਟੀ ਪਾਣੀ ਇੱਕ ਵਾਰ ਤੁਹਾਨੂੰ ਪਤਾ ਸੂਲੇ ਦੀ ਰੋਟੀ ਆਉਣ ਲੱਗ ਗਈ, ਸੁੱਕੀ ਰੋਟੀ ਆਉਣ ਲੱਗ ਗਈ, ਭਾਈ ਗੁਰਦਾਸ ਜੀ ਨੇ ਸੁਧਾਰ ਕਰਿਆ, ਬਾਬਾ ਬੁੱਢਾ ਜੀ ਨੇ। ਇਸ ਕਰਕੇ ਜਦੋਂ ਐਡੀਆਂ ਐਡੀਆਂ ਗੱਲਾਂ ਗੁਰੂ ਅਰਜਨ ਦੇਵ ਪਾਤਸ਼ਾਹ ਸਾਡੇ 'ਤੇ ਘਟਾ ਕੇ ਪ੍ਰੈਕਟੀਕਲ ਕਰਕੇ ਦੱਸਦੀਆਂ, ਅੱਜ ਅਸੀਂ ਉਹਨਾਂ ਵੱਲ ਕਿਉਂ ਨਹੀਂ ਅਮਲ ਕਰਦੇ? ਉਹੀ ਗੱਲ ਮੁੜ ਕੇ ਫਿਰ ਉੱਥੇ ਸਹਿਣਸ਼ੀਲਤਾ ਦੀ, ਤਿਆਗ ਦੀ, ਪ੍ਰੇਮ ਦੀ ਆ ਜਾਂਦੀ ਆ। ਜਦੋਂ ਇਹ ਗੱਲਾਂ ਸਾਡੇ ਵਿੱਚੋਂ ਨਿਕਲ ਗਈਆਂ, ਆਪੇ ਸਾਡਾ ਜੀਵਨ ਵਿਅਰਥ ਵੀ ਹੋ ਗਿਆ, ਸਾਡੀ ਭਾਈਚਾਰਕ ਸਾਂਝ ਵੀ ਟੁੱਟ ਗਈ, ਅਤੇ ਇਸ ਕਰਕੇ ਸਾਰੀਆਂ ਗੱਲਾਂ ਵਿਗੜ ਗਈਆਂ। ਬਿਲਕੁਲ। ਸੋ ਬਾਬਾ ਅਵਤਾਰ ਸਿੰਘ ਜੀ ਹੋਰਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਜਾਣਕਾਰੀ ਦਿੱਤੀ, ਔਰ ਨਾਲ ਹੀ ਨੌਜਵਾਨਾਂ ਦੇ ਲਈ ਵੀ ਇੱਕ ਸੇਧ ਦੀ ਗੱਲ ਹੈ ਵੀ ਆਪਾਂ ਗੁਰਬਾਣੀ ਦੇ ਨਾਲ ਜੁੜੀਏ। ਗੁਰਬਾਣੀ ਤੋਂ ਦੂਰ ਹੋ ਰਹੇ ਹਾਂ ਤਾਂ ਬਹੁਤ ਸਾਰੀਆਂ ਗਲਤ ਗੱਲਾਂ ਜਿਹੜੀਆਂ ਸਾਡੇ ਦੇ ਵਿੱਚ ਆ ਰਹੀਆਂ ਨੇ, ਉਹ ਕਿਸੇ ਵੀ ਤਰ੍ਹਾਂ ਦੇ ਨਾਲ ਹੋ ਸਕਦੀਆਂ ਨੇ। ਸੋ ਜ਼ਰੂਰ ਅਸੀਂ ਗੁਰਬਾਣੀ ਦੇ ਲੜ ਲੱਗੀਏ, ਔਰ ਫਿਰ ਪਰਮਾਤਮਾ ਸਾਡਾ ਹੱਥ, ਸਾਡੀ ਬਾਂਹ ਜ਼ਰੂਰ ਫੜੇਗਾ। ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।